अस्सलाम वालेकुम ਵੀਰ ਸੋਹਣਿਓ, ਮੈਂ ਤੁਹਾਡਾ ਭਾਈ ਅਤੀਕੁਰ ਰਹਿਮਾਨ ਹੰਜਰਾ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਅੱਜ ਚੌਧਰੀ ਤੈਨੂੰ ਇੱਕ ਕਹਾਣੀ ਸੁਣਾਵਾਂ ਦਾ ਬੋਲਿਆਂ ਦੇ ਟੱਬਰ ਦੀ। ਉਹ ਕਹਾਣੀ ਸੁਣੇਗਾ ਤੇ ਇਨਸ਼ਾਅੱਲਾ ਵਿੱਚੋਂ ਇੱਕ ਗੱਲ ਲੱਭੇਗੀ ਬੜੇ ਪਤੇ ਦੀ। ਅੱਛਾ ਵੀਰ ਸੋਹਣਿਓ, ਕੁਝ ਲੋਕੀ ਨਾ ਸੁੱਕੇ ਰੁੱਖਾਂ ਵਰਗੇ ਹੁੰਦੇ ਨੇ। ਉਹਨਾਂ ਨੂੰ ਜਿੰਨਾ ਵੀ ਪਾਣੀ ਦੇ ਲਓ ਉਹ ਹਰੇ ਨਹੀਂ ਹੋ ਸਕਦੇ। ਮਨਫੀ ਸੋਚ ਦੇ ਮਾਲਕ ਲੋਕ, ਬਦਗੁਮਾਨ, ਸ਼ੱਕ ਤੇ ਵਹਿਮ ਦੇ ਮਾਰੇ ਲੋਕ। ਇਹ ਲੋਕੀ ਦੂਜਿਆਂ ਦੀ ਚੁੱਪ ਦੇ ਵਿੱਚੋਂ ਵੀ ਇੱਕ ਕਹਾਣੀ ਲੱਭ ਲੈਂਦੇ ਨੇ ਤੇ ਫਿਰ ਆਪੇ ਹੀ ਉਸ ਕਹਾਣੀ ਤੇ ਯਕੀਨ ਕਰ ਲੈਂਦੇ ਨੇ। ਪੁੱਛਦੇ ਨਹੀਂ, ਪੜਤਾਲ ਨਹੀਂ ਕਰਦੇ, ਕਿਉਂਕਿ ਪੁੱਛਣ ਤੇ ਪੜਤਾਲ ਕਰਨ ਤੇ ਨਾ ਕੁਝ ਟਾਈਮ ਲੱਗਦਾ। ਕਾਲੀ ਤਬੀਅਤ ਦੇ ਲੋਕ ਹੁੰਦੇ ਨੇ। ਆਪੇ ਹੀ ਨਾ ਅਗਲੇ ਬੰਦੇ ਤੇ ਇੱਕ ਇਲਜ਼ਾਮ ਲਾਉਂਦੇ ਨੇ। ਆਪੇ ਹੀ ਇਹ ਫਿਰ ਮਦਈ ਬਣ ਜਾਂਦੇ ਨੇ। ਆਪੇ ਹੀ ਫਿਰ ਇਹ ਜੱਜ ਬਣ ਕੇ ਤੇ ਅਗਲੇ ਬੰਦੇ ਦੇ ਖਿਲਾਫ ਫੈਸਲਾ ਕਰ ਦਿੰਦੇ ਨੇ। ਆਪੇ ਹੀ ਇਹ ਲੋਕ ਜਿਹੜੇ ਨੇ ਉਸ ਬੰਦੇ ਨੂੰ ਸਜ਼ਾ ਵੀ ਦੇ ਦਿੰਦੇ ਨੇ। ਤੇ ਮਜ਼ੇ ਦੀ ਗੱਲ ਇਹ ਵੇ, ਅਗਲੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਫਲਾਣਾ ਬੰਦਾ ਕਿਹੜੀ ਗੱਲ ਤੋਂ ਮੇਰੇ ਨਾਲ ਰੁੱਸਿਆ ਹੈ। ਮੇਰਾ ਇੱਕ ਬੇਲੀ, ਅੱਲਾ ਉਹਦੀ ਜ਼ਿੰਦਗੀ 'ਚ ਬਰਕਤ ਕਰੇ, ਉਹ ਆਂਦਾ ਹੁੰਦਾ ਹੈ ਕਿ ਭਾਈ ਜੇ ਕਿਸੇ ਦੇ ਨਾਲ ਨਾਰਾਜ਼ ਹੋ ਨਾ ਤੇ ਉਹਨੂੰ ਦੱਸੋ ਜ਼ਰੂਰ ਕਿ ਮੈਂ ਤੇਰੇ ਨਾਲ ਨਾਰਾਜ਼ ਹਾਂ, ਤੇ ਨਾਲ ਇਹ ਵੀ ਦੱਸੋ ਕਿ ਫਲਾਣੀ ਗੱਲ ਤੋਂ ਨਾਰਾਜ਼ ਹਾਂ। ਜੇ ਉਸ ਬੰਦੇ ਨੂੰ ਤੁਹਾਡੀ ਲੋੜ ਹੋਈ, ਜੇ ਉਸ ਬੰਦੇ ਨੂੰ ਤੁਹਾਡੀ ਕਦਰ ਹੋਈ ਤੇ ਆਪੇ ਤੁਹਾਨੂੰ ਰਾਜ਼ੀ ਕਰ ਲੈ। ਸ਼ੱਕ ਤੇ ਵਹਿਮ ਦੇ ਮਾਰਿਆਂ ਲੋਕਾਂ ਦੇ ਬਾਰੇ ਇੱਕ ਸ਼ਾਇਰ ਲਿਖਦਾ ਹੈ, ਆਂਦਾ ਹੈ ਕਿ ਜਿਨ੍ਹਾਂ ਡਾਲੀਆਂ ਦੇ ਹੋਣ ਸਮਰ ਮਿੱਠੇ, ਜਿਨ੍ਹਾਂ ਡਾਲੀਆਂ ਦੇ ਹੋਣ ਸਮਰ ਮਿੱਠੇ, ਸਹੀ ਗੌਰ ਕਰਕੇ ਰਹਿੰਦੇ, ਤੱਕਦੇ ਨੇ ਤੇ ਫਲ ਵਾਲੀਆਂ ਨੂੰ ਲੋਕੀ ਸਾਂਭ ਲੈਂਦੇ। ਫਲ ਵਾਲੀਆਂ ਨੂੰ ਲੋਕੀ ਸਾਂਭ ਲੈਂਦੇ ਤੇ ਬੇਸਾਂਭ ਹੁੰਦੇ। ਬੂਟੇ ਅੱਕਦੇ ਨੇ ਤੇ ਉਹਨਾਂ ਨੂੰ ਗਾਹਕ ਖੜਕਾ ਵਜਾ ਲੈਂਦੇ। ਤੇ ਝੱਲ ਸੇਕ ਜਿਹੜੇ ਆਵੀ ਪੱਕਦੇ ਨੇ। ਤੇ ਕੱਚੇ ਹੋਣ ਖੁਆਰ ਸਰਦਾਰ ਸਾਈਆਂ, ਕੱਚੇ ਹੋਣ ਖੁਆਰ ਸਰਦਾਰ ਸਾਈਆਂ, ਮਾਰੇ ਹੋਏ ਜੋ ਵਹਿਮ ਤੇ ਸ਼ੱਕ ਦੇ ਨੇ। ਕਰਮਾਂ ਵਾਲਿਓ, ਯਕੀਨ ਦੇ ਬੇੜੇ ਪਾਰ ਨੇ ਤੇ ਜਿਹੜੇ ਸ਼ੱਕ ਵਾਲੇ ਹੁੰਦੇ ਨੇ ਨਾ, ਉਹ ਇੱਥੇ ਵੀ ਖੁਆਰ ਨੇ ਤੇ ਅੱਗੇ ਵੀ ਖੁਆਰ ਨੇ। ਅੱਛਾ, ਬਦਗੁਮਾਨੀ ਦੀ ਗੱਲ ਪਈ ਹੁੰਦੀ ਸੀ। ਜਿਹੜੇ ਲੋਕੀ ਬਦਗੁਮਾਨ ਹੁੰਦੇ ਨੇ ਨਾ, ਉਹਨਾਂ ਦੀ ਮਿਸਾਲ ਹੁੰਦੀ ਹੈ ਬੋਲਿਆਂ ਦੇ ਟੱਬਰ ਵਾਲੀ, ਜਿਹਦੀ ਮੈਂ ਆਖਿਆ ਸੀ ਤੁਹਾਨੂੰ ਕਹਾਣੀ ਸੁਣਾਉਣਾ ਵਾ, ਗੱਲ ਸੁਣਾਉਣਾ। ਜਿਹੜੇ ਲੋਕੀ ਬਦਗੁਮਾਨ ਹੁੰਦੇ ਨੇ, ਸ਼ੱਕ ਤੇ ਵਹਿਮ ਦੇ ਮਾਰੇ ਲੋਕੀ ਹੁੰਦੇ ਨੇ, ਇਹਨਾਂ ਦਾ ਹਿਸਾਬ ਹੁੰਦਾ ਹੈ ਬੋਲਿਆਂ ਦੇ ਟੱਬਰ ਵਾਲਾ। ਆਂਦੇ ਨੇ ਇੱਕ ਘਰ ਸੀ ਤੇ ਉਹ ਸਾਰੇ ਦਾ ਸਾਰਾ ਟੱਬਰ ਹੀ ਬੋਲਿਆਂ ਦਾ ਸੀ। ਨੂੰਹ ਵੀ ਬੋਲੀ, ਪੁੱਤਰ ਵੀ ਬੋਲਾ, ਸੱਸ ਵੀ ਬੋਲੀ ਤੇ ਸਹੁਰਾ ਵੀ ਬੋਲਾ। ਇੱਕ ਦਿਨ ਦੀ ਗੱਲ ਏ, ਇਹਨਾਂ ਬੋਲਿਆਂ ਦਾ ਜਿਹੜਾ ਮੁੰਡਾ ਸੀ ਉਹ ਹਵੇਲੀ ਦੇ ਵਿੱਚ ਕੰਮ ਕੁਮ ਲੱਗਾ, ਮੱਝਾਂ ਨੂੰ ਪੱਠੇ ਦੱਥੇ ਪਾਏ ਪਿਆ। ਤੇ ਪੁਰਾਣੇ ਜ਼ਮਾਨਿਆਂ ਦੀ ਗੱਲ ਏ, ਘੋੜੀ ਦੇ ਉੱਤੇ ਇੱਕ ਥਾਣੇਦਾਰ ਬੈਠਾ ਤੇ ਲੱਗਦਾ ਉਹ ਰਾਹ ਪੁੱਛਣ ਵਾਸਤੇ ਖਲੋ ਗਿਆ। ਉਹਨੇ ਨਾ ਇਸ ਮੁੰਡੇ ਨੂੰ ਪੁੱਛਿਆ, ਉਹ ਭਾਈ ਗੱਲ ਸੁਣ, ਫਲਾਣੇ ਪਿੰਡ ਜਾਣਾ ਤੇ ਉਸ ਪਿੰਡ ਦਾ ਰਾਹ ਕਿੱਧਰ ਨੂੰ ਹੈ। ਉਹਨੇ ਜਿਹੜਾ ਹਵੇਲੀ ਵਾਲਾ ਬੰਦਾ ਸੀ ਇਹ ਤੇ ਬੋਲਾ ਸੀ। ਇਹਨੂੰ ਸਮਝ ਇਹ ਲੱਗੀ ਕਿ ਥਾਣੇਦਾਰ ਆਂਦਾ ਪਿਆ ਕਿ ਉਹ ਜਿਹੜੀ ਤੁਹਾਡੀ ਮੱਝ ਹੈ ਨਾ, ਇਹ ਮੱਝ ਚੋਰੀ ਦੀ ਹੈ। ਇਹ ਥਾਣੇਦਾਰ ਨੂੰ ਆਖਣ ਲੱਗਾ, ਥਾਣੇਦਾਰ ਸਾਹਿਬ ਨਹੀਂ, ਚੋਰੀ ਦੀ ਨਹੀਂ ਜੇ, ਇਹ ਨਾ ਮੈਨੂੰ ਮੇਰੇ ਸਹੁਰਿਆਂ ਦਿੱਤੀ ਹੈ। ਥਾਣੇਦਾਰ ਨੂੰ ਇਹ ਲੱਗਾ ਕਿ ਇਹ ਜਿਹੜਾ ਬੰਦਾ ਨਾ, ਇਹਨੇ ਮੈਨੂੰ ਮਖੌਲ ਕੀਤਾ। ਉਦੋਂ ਦੇ ਫਿਰ ਥਾਣੇਦਾਰ ਰਹਿੰਦੇ ਹੁੰਦੇ ਸਨ। ਥਾਣੇਦਾਰ ਨੂੰ ਗੁੱਸਾ ਆਇਆ, ਉਹਨੇ ਕੋਈ ਦੋ ਚਾਰ ਉਹਨੂੰ ਲਾ ਦਿੱਤੀਆਂ। ਆਇਆ ਮਿੱਠੂ ਬਹਿ ਜਾ ਅੱਬੂ ਦੇ ਨਾਲ ਹੀ, ਪਰ ਅੱਬੂ ਨਾਲ ਬਹਿ ਜਾ। ਲਓ, ਥਾਣੇਦਾਰ ਜਿਹੜਾ ਸੀ ਉਹਨੂੰ ਗੁੱਸਾ ਲੱਗਾ, ਉਹਨੇ ਕੋਈ ਦੋ ਚਾਰ ਉਹਨੂੰ ਲਾ ਦਿੱਤੀਆਂ। ਹੁਣ ਇਸ ਬੋਲੇ ਨੂੰ ਇਹ ਸ਼ੱਕ ਪਿਆ ਚੌਧਰੀ ਕਿ ਲੱਗਦਾ ਹੈ ਥਾਣੇਦਾਰ ਜਿਹੜਾ ਨਾ, ਉਹਨੇ ਮੈਨੂੰ ਇਸ ਤੋਂ ਮਾਰਿਆ ਕਿ ਮੱਝ ਜਿਹੜੀ ਹੈ ਨਾ ਚੋਰੀ ਦੀ। ਚਲੋ ਥੋੜੀ ਦੇਰ ਲੱਗੀ ਤੇ ਇਹਦੀ ਘਰ ਦੀ ਆ ਗਈ ਰੋਟੀ ਲੈ ਕੇ। ਦੁਪਹਿਰ ਦਾ ਟਾਈਮ ਸੀ, ਘਰ ਦੀ ਆਈ ਤੇ ਇਹਨੇ ਆਉਂ ਦੀ ਘਰ ਦੀ ਨੂੰ ਕੁੱਟ ਦਿੱਤਾ। ਆਖਣ ਲੱਗਾ ਕਿ ਜੇ ਮੱਝ ਨਹੀਂ ਸੋ ਦੇਣ ਜੋਗੇ ਤੇ ਤੁਸੀਂ ਅੱਲਾ ਦੇ ਬੰਦੇ ਹੋ, ਨਾ ਦੇਣ ਦਿਓ, ਚੋਰੀ ਦੀ ਕਿਉਂ ਦਿੱਤੀ ਜੇ। ਇਹ ਤੇ ਗੱਲ ਥਾਣਿਆਂ ਤੱਕ ਪੜ ਗਈ ਹੈ। ਲਓ ਕਰਮਾਂ ਵਾਲਿਓ, ਹੁਣ ਉਹ ਵੀ ਅੱਗੋਂ ਬੋਲੀ ਸੀ। ਉਹਨੂੰ ਹਿਸਾਬ ਇਹ ਲੱਗਾ ਕਿ ਮੈਨੂੰ ਮੇਰੇ ਘਰ ਦੇ ਨੇ ਤਾਂ ਮਾਰਿਆ ਕਿ ਅੱਜ ਨਾ ਰੋਟੀ ਥੋੜੀ ਲੇਟ ਹੋ ਗਈ ਹੈ। ਚਲੋ ਉਹਨੇ ਨਾ ਰੋਟੀ ਚੁੱਕ ਕੇ ਉੱਥੇ ਮਾਰੀ ਤੇ ਉਹਨਾਂ ਪੈਰਾਂ ਦੇ ਪਿੱਛੇ ਟੁਰ ਗਈ ਤੇ ਜਾ ਕੇ ਸੱਸ ਦੇ ਨਾਲ ਲੜਨ ਲੱਗ ਪਈ। ਆਖਣ ਲੱਗੀ, ਤੈਨੂੰ ਜੋ ਆਖਿਆ ਸੀ ਕਿ ਟਾਈਮ ਦੇ ਨਾਲ ਮੈਨੂੰ ਰੋਟੀ ਬੰਨ ਦੇ ਤੇ ਮੈਂ ਲੈ ਜਾ, ਤੇ ਤੂੰ ਮੈਨੂੰ ਜਾਣ ਨਹੀਂ ਦਿੱਤਾ। ਤੇਰੇ ਮੁੰਡੇ ਮੇਰੀ ਚੰਗੀ ਭਲੀ ਗੁੱਤ ਪੁੱਟੀ ਏ,
ਤੇ ਸੱਸ ਦੇ ਨਾਲ ਉਹਦੀ ਵਾਵਾ ਤੂੰ ਮੈਂ ਹੋ ਗਈ। ਹੁਣ ਅੱਗੋਂ ਸੱਸ ਵੀ ਬੋਲੀ ਸੀ। ਲੋ ਸੱਸ ਜਿਹੜੀ ਹੈ ਨਾ, ਉਹਨੇ ਗੱਲ ਪੂਰੀ ਤਰ੍ਹਾਂ ਨਾ ਸੁਣੀ ਤੇ ਨਾ ਸਮਝੀ। ਉਹ ਨਾ ਆਪਣੇ ਬੰਦੇ ਦੇ ਨਾਲ ਲੜਨ ਲੱਗ ਪਈ। ਆਖਣ ਲੱਗੀ ਮਰ ਜਾਣਿਆ, ਤੂੰ ਆਂਦਾ ਸੀ ਕਿ ਮੈਂ ਆਪਣੀ ਭਣੇਵੀਂ ਜਿਹੜੀ ਹੈ ਉਹ ਲੈ ਕੇ ਆਉਣੀ ਹੈ, ਭਣੇਵੀਂ ਦਾ ਵਿਆਹ ਆਪਣੇ ਮੁੰਡੇ ਨਾਲ ਕਰਨਾ ਹੈ। ਤੇ ਵੇਖ ਲੈ ਤਮਾਸ਼ਾ ਲਾਇਆ ਸੂ, ਤੈਨੂੰ ਕਿਹਨੇ ਆਖਿਆ ਸੀ ਇਹ ਬਦਦਮਾਗ ਜਿਹੜੀ ਹੈ ਮੇਰੀ ਨੂੰਹ ਬਣਾ। ਸਹੁਰਾ ਨਾ ਮੰਜੀ ਪਿਆ ਹੁੰਦਾ ਸੀ, ਹੈ ਉਹ ਵੀ ਬੋਲਾ ਸੀ, ਹਿਸਾਬ ਉਹਨੂੰ ਕੋਈ ਨਾ ਲੱਗਾ ਕਿ ਇਹ ਮੈਨੂੰ ਕੀ ਪਈ ਆਂਦੀ ਹੈ। ਉਹਨੂੰ ਇਹ ਸ਼ੱਕ ਪਿਆ ਕਿ ਘਰ ਦੀ ਮੇਰੀ ਆਂਦੀ ਹੈ ਪਈ ਕਿ ਮੰਜੀ ਉਹਨੇ ਪਿਆ ਤੇ ਡਿਜ਼ਾਈਨ ਸਹੀ ਨਹੀਂ ਪਿਆ ਪਾਉਂਦਾ। ਲਓ ਉਹ ਵੀ ਕੁਆਕਿਆ ਥੱਕਿਆ ਸੀ, ਕੁਝ ਉਹਦਾ ਹੁੱਕਾ ਵੀ ਬੁੱਝ ਗਿਆ ਸੀ। ਉਹਨੇ ਕੀ ਕੰਮ ਕੀਤਾ, ਕੋਲ ਦਾਤਰੀ ਪਈ ਸੀ, ਉਹਨੇ ਦਾਤਰੀ ਫੜੀ ਤੇ ਉਹਨੇ ਜਿੰਨੀ ਉਨੀ ਸੀ ਨਾ, ਉਹਨੇ ਸਾਰੀ ਮੰਜੀ ਨੂੰ ਦਾਤਰੀ ਫੇਰ ਦਿੱਤੀ। ਆਖਣ ਲੱਗਾ ਲੈ ਜਿਹੜਾ ਚੰਗੀ ਹੁੰਦਾ ਹੀ ਨਾ ਤੂੰ ਉਹਦੇ ਤੋਂ ਨਾਲ ਹੈ, ਤੇ ਮੈਂ ਜਿਹੜੀ ਉਨੀ ਸੀ ਮੈਂ ਵੱਢ ਦਿੱਤੀ। ਤੇ ਕਰਮਾ ਲਿਓ, ਮੇਰਾ ਗੱਲ ਕਰਨ ਦਾ ਮਕਸਦ ਸਿਰਫ ਇੰਨਾ ਕੁ ਹੈ ਕਿ ਜਿਹੜੇ ਲੋਕੀ ਜ਼ੰਨੀ ਹੁੰਦੇ ਨੇ, ਸ਼ੱਕੀ ਹੁੰਦੇ ਨੇ, ਬਦਗੁਮਾਨ ਹੁੰਦੇ ਨੇ, ਆਪਣੇ ਦਿਲ ਦੇ ਵਿੱਚ ਇੱਕ ਵਹਿਮ ਪਾਲਦੇ ਨੇ, ਆਪਣੇ ਦਿਲ ਦੇ ਵਿੱਚ ਕਿਸੇ ਭੈਣ ਭਰਾ ਸੱਜਣ ਬੇਲੀ ਦੇ ਬਾਰੇ ਬਦਗੁਮਾਨੀ ਪਾਲ ਲੈਂਦੇ ਨੇ, ਫਿਰ ਉਹਦੀ ਪੜਤਾਲ ਵੀ ਨਹੀਂ ਕਰਦੇ। ਉਹ ਬੜੇ ਰਿਸ਼ਤੇ ਗਵਾ ਬੈਂਦੇ ਨੇ, ਬੜਾ ਨੁਕਸਾਨ ਕਰ ਬੈਂਦੇ ਨੇ, ਬੜੇ ਤਲਕ ਜ਼ਾਇਆ ਕਰ ਬੈਂਦੇ ਨੇ। ਕਰਮਾ ਲਿਓ, ਬਦਗੁਮਾਨੀ ਤੋਂ ਅੱਲਾ ਨੇ ਮਨਾ ਕੀਤਾ ਹੈ, ਅੱਲਾ ਦੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨੇ ਮਨਾ ਕੀਤਾ ਹੈ। ਸਾਨੂੰ ਹੁਕਮ ਹੈ ਤਹਕੀਕ ਕਰੋ, ਸਾਨੂੰ ਹੁਕਮ ਹੈ ਪੜਤਾਲ ਕਰੋ, ਸਾਨੂੰ ਹੁਕਮ ਹੈ ਕਿ ਸੋਚ ਨੂੰ ਮੁਸਬਤ ਰੱਖੋ, ਸਾਨੂੰ ਹੁਕਮ ਹੈ ਕਿ ਦੂਰੀਆਂ ਨੂੰ ख़त्म ਕਰੋ, ਫਾਸਲਿਆਂ ਨੂੰ ख़त्म ਕਰੋ। ਉਮੀਦ ਹੈ ਕਿ ਮੇਰੀ ਗੱਲ ਦੀ ਸਮਝ ਆ ਗਈ ਹੋਏਗੀ। ਹੱਸਦੇ ਵਸਦੇ ਰਹੋ, ਸ਼ਾਦ ਆਬਾਦ ਰਹੋ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸੁਖੀ ਰੱਖੇ। अस्सलाम वालेकुम।